वाहिगुरू जी का खालसा वाहिगुरू जी की फतेह। सतिकारयोग मुख मेहमान प्रधानगी मंडल ਅਤੇ ਸਾਧ ਸੰਗਤ ਜੀਓ, ਮੇਰੇ ਅੱਜ ਦੇ ਪੇਪਰ ਦਾ ਵਿਸ਼ਾ ਹੈ ਮਨੁੱਖੀ ਵਿਅਕਤੀਤਵ ਦੇ ਵਿਕਾਸ ਵਿੱਚ ਸੇਵਾ ਦਾ ਯੋਗਦਾਨ। ਮਨੁੱਖੀ ਜ਼ਿੰਦਗੀ ਨਾਲ ਮਹੱਤਵਪੂਰਨ ਜੁੜੇ ਜਿਹੜੇ ਮੁੱਦੇ ਨੇ ਉਹਨਾਂ ਵਿੱਚੋਂ ਇੱਕ ਮੁੱਦਾ ਮਨੁੱਖੀ ਵਿਅਕਤੀਤਵ ਦਾ ਸੁਧਾਰ ਅਤੇ ਵਿਕਾਸ ਵੀ ਹੈ। ਅੱਜ ਕੱਲ੍ਹ ਪਰਸਨੈਲਿਟੀ ਇੰਪਰੂਵਮੈਂਟ ਦੇ ਨਾਂ ਹੇਠ ਕਈ ਦੁਕਾਨਾਂ ਚੱਲ ਰਹੀਆਂ ਹਨ ਜੋ ਇਹ ਦਾਅਵਾ ਕਰਦੀਆਂ ਹਨ ਕਿ ਕੁਝ ਦਿਨਾਂ ਦੀਆਂ ਕਲਾਸਾਂ ਵਿੱਚ ਹੀ ਉਹ ਵਿਅਕਤੀ ਦੀ ਸ਼ਖਸੀਅਤ ਵਿੱਚ ਤਸੱਲੀ ਬਖਸ਼ ਬਦਲਾਅ ਲਿਆ ਦੇਣਗੀਆਂ। ਪਰ ਵਿਅਕਤੀਤਵ ਦਾ ਵਿਕਾਸ ਅਤੇ ਸੁਧਾਰ ਇੱਕ ਲੰਬੀ ਪ੍ਰਕਿਰਿਆ ਹੈ ਅਤੇ ਸੇਵਾ ਇਸ ਵਿੱਚ ਕਿਵੇਂ ਭੂਮਿਕਾ ਅਦਾ ਕਰਦੀ ਹੈ, ਇਹ ਜਾਣਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਮਨੁੱਖੀ ਵਿਅਕਤੀਤਵ ਬਣਦਾ ਕਿਵੇਂ ਹੈ, ਕਿਵੇਂ ਵਿਕਾਸ ਕਰਦਾ ਹੈ ਅਤੇ ਸੇਵਾ ਸਿੱਖ ਧਰਮ ਵਿੱਚ ਕਿੰਨਾ ਅਰਥਾਂ ਦੀ ਧਾਰਨੀ ਹੈ। ਪਰਸਨੈਲਿਟੀ ਜਿਹੜਾ ਵਿਅਕਤੀਤਵ ਦੇ ਲਈ ਅਕਸਰ ਅਸੀਂ ਸ਼ਬਦ ਵਰਤਦੇ ਹਾਂ, ਉਹਨਾਂ ਸ਼ਬਦਾਂ ਵਿੱਚੋਂ ਇੱਕ ਹੈ ਜਿਨ੍ਹਾਂ ਅਰਥਾਂ ਬਾਰੇ ਆਵਾਮ ਦੇ ਵਿੱਚ ਬੜੀ ਕਨਫਿਊਜ਼ਨ ਹੈ। ਅਸੀਂ ਅਕਸਰ ਆਪਣੇ ਆਲੇ ਦੁਆਲੇ ਵੇਖਦੇ ਹਾਂ ਅਤੇ ਪਰਸਨੈਲਿਟੀ ਸ਼ਬਦ ਦਾ ਅਰਥ ਅਸੀਂ ਬਾਹਰੀ ਦਿੱਖ ਕਹਿਣ ਲਈ ਵਰਤਦੇ ਹਾਂ, ਪਰ ਇਹ ਸੰਕਲਪ ਸਿਰਫ ਬਾਹਰੀ ਦਿੱਖ ਤੱਕ ਸੀਮਤ ਨਾ ਹੋ ਕੇ ਵਿਸ਼ਾਲ ਅਤੇ ਨਿਵੇਕਲੇ ਅਰਥਾਂ ਦਾ ਧਾਰਨੀ ਹੈ। ਵਿਅਕਤੀਤਵ ਵਿਅਕਤੀ ਹੋਣ ਦਾ ਗੁਣ ਜਾਂ ਤੱਤ ਹੈ ਜੋ ਉਸ ਨੂੰ ਕਿਸੇ ਚੀਜ਼ ਜਾਂ ਜਾਨਵਰ ਤੋਂ ਨਿਖੇੜਦਾ ਹੈ। ਇਹ ਉਹ ਗੁਣ ਹੈ ਜੋ ਕਿਸੇ ਜੀਵ ਨੂੰ ਵਿਅਕਤੀ ਬਣਾਉਂਦਾ ਹੈ। ਮਨੋਵਿਗਿਆਨੀਆਂ ਅਨੁਸਾਰ ਮਨੁੱਖੀ ਵਿਅਕਤੀਤਵ ਦਾ ਨਿਰਮਾਣ ਜੈਵਿਕ ਤੱਤਾਂ ਅਤੇ ਸਮਾਜਿਕ ਤੱਤਾਂ ਦੇ ਸੁਮੇਲ ਤੋਂ ਹੁੰਦਾ ਹੈ। ਜੈਵਿਕ ਤੱਤਾਂ ਵਿੱਚ ਉਸ ਦੀ ਸਰੀਰਕ ਬਣਤਰ ਅਤੇ ਸਰੀਰ ਵਿੱਚ ਹੋਣ ਵਾਲੀਆਂ ਰਸਾਇਣਿਕ ਕਿਰਿਆਵਾਂ ਅਤੇ ਦਵਾਈਆਂ ਦਾ ਪ੍ਰਭਾਵ ਆ ਜਾਂਦੇ ਹਨ। ਸਮਾਜਿਕ ਤੱਤਾਂ ਵਿੱਚ ਕਿਸੇ ਵੀ ਵਿਅਕਤੀ ਦਾ ਸਮਾਜਿਕ ਵਾਤਾਵਰਨ ਆ ਜਾਂਦਾ ਹੈ। ਮਨੁੱਖ ਦਾ ਵਿਅਕਤੀਤਵ ਵਾਤਾਵਰਨ ਪ੍ਰਤੀ ਉਸ ਦੀ ਨਿੱਜੀ ਪ੍ਰਤੀਕਿਰਿਆ ਹੈ ਜੋ ਵਿਅਕਤੀ ਦੇ ਆਪੇ ਅਤੇ ਵਾਤਾਵਰਨ ਦੋਹਾਂ ਉੱਤੇ ਹੀ ਨਿਰਭਰ ਕਰਦੀ ਹੈ। ਵਿਅਕਤੀ ਦੇ ਵਿਕਾਸ ਉੱਤੇ ਸਰੀਰਕ ਅਤੇ ਸਮਾਜਿਕ ਦੋਹਾਂ ਪ੍ਰਕਾਰਾਂ ਦੇ ਤੱਤਾਂ ਦਾ ਪ੍ਰਭਾਵ ਪੈਂਦਾ ਹੈ। ਵਿਅਕਤੀਤਵ ਸਿਰਫ ਇਹਨਾਂ ਦਾ ਜੋੜ ਨਹੀਂ ਹੁੰਦਾ, ਸਗੋਂ ਉਹਨਾਂ ਦੀ ਆਪਸੀ ਪਰਸਪਰ ਕਿਰਿਆ ਦੀ ਉਪਜ ਹੁੰਦਾ ਹੈ ਅਤੇ ਇਹਨਾਂ ਦੋਹਾਂ ਤੋਂ ਬਿਨਾਂ ਵਿਅਕਤੀ ਦਾ ਵਿਸ਼ੇਸ਼ ਰਵੱਈਆ ਵੀ ਵਿਅਕਤੀਤਵ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਵਲੇਰੀਆ ਮੁਖੀਨਾ ਅਨੁਸਾਰ ਸ਼ਖਸੀਅਤ ਦਾ ਵਿਕਾਸ ਇਹਨਾਂ ਜਨਮਜਾਤ ਵਿਸ਼ੇਸ਼ਤਾਵਾਂ ਜਾਂ ਸਮਾਜਿਕ ਹਾਲਤਾਂ ਵੱਲੋਂ ਪ੍ਰਭਾਵਿਤ ਨਹੀਂ ਹੁੰਦਾ, ਸਗੋਂ ਲੋਕਾਂ ਜਾਂ ਚੀਜ਼ਾਂ ਪ੍ਰਤੀ ਵਿਸ਼ੇਸ਼ ਰਵੱਈਏ ਵੱਲੋਂ ਵੀ ਨਿਰਧਾਰਿਤ ਹੁੰਦਾ ਹੈ ਜੋ ਕਿ ਉਸਦੇ ਬਚਪਨ ਵਿੱਚ ਹੀ ਬਣ ਜਾਂਦਾ ਹੈ। ਮਨੋਵਿਗਿਆਨੀਆਂ ਵੱਲੋਂ ਇਹ ਵੀ ਮੰਨਿਆ ਗਿਆ ਹੈ ਕਿ ਜ਼ਿੰਦਗੀ ਦੇ ਇੱਕ ਖਾਸ ਪੜਾਅ ਤੱਕ ਮਨੁੱਖ ਦੀ ਸ਼ਖਸੀਅਤ ਦਾ ਵਿਕਾਸ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਸ ਵਿੱਚ ਕਿਸੇ ਵੱਡੇ ਪਰਿਵਰਤਨ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਪਰ ਬਹੁਤ ਸਾਰਿਆਂ ਦੀ ਜ਼ਿੰਦਗੀ ਵਿੱਚ ਇਹ ਪਰਿਵਰਤਨ ਆਉਂਦਾ ਹੈ। ਇਹ ਪਰਿਵਰਤਨ ਨਿਗਾਰ ਦੇ ਰੂਪ ਵਿੱਚ ਵੀ ਹੋ ਸਕਦਾ ਹੈ ਅਤੇ ਸੁਧਾਰ ਦੇ ਰੂਪ ਵਿੱਚ ਵੀ। ਪਰ ਸਧਾਰਨ ਤੌਰ 'ਤੇ ਇਨਸਾਨ ਆਪਣੇ ਵਿਅਕਤੀਤਵ ਦਾ ਸੁਧਾਰ ਲਿਆਉਣ ਦਾ ਹੀ ਇੱਛੁਕ ਹੁੰਦਾ ਹੈ ਅਤੇ ਸੁਚੇਤ ਤੌਰ 'ਤੇ ਵੀ ਇਹਦੇ ਲਈ ਯਤਨ ਕਰਦਾ ਹੈ। ਹਰ ਸਮਾਜ ਜਾਂ ਵਿਚਾਰਧਾਰਕ ਪ੍ਰਬੰਧ ਵਿੱਚ ਵਿਕਸਿਤ ਵਿਅਕਤੀਤਵ ਦੀ ਇੱਕ ਵੱਖਰੀ ਪਰਿਭਾਸ਼ਾ ਹੁੰਦੀ ਹੈ। ਇੱਕ ਪ੍ਰਬੰਧ ਵਿੱਚ ਜੇ ਕੋਈ ਖਾਸ ਵਿਸ਼ੇਸ਼ਤਾ ਗੁਣ ਹੈ ਤਾਂ ਦੂਜੇ ਪ੍ਰਬੰਧ ਵਿੱਚ ਉਹ ਔਗੁਣ ਵੀ ਹੋ ਸਕਦਾ ਹੈ। ਇਸ ਲਈ ਇਹ ਸਪਸ਼ਟ ਕਰ ਦੇਣਾ ਵੀ ਵਾਜਿਬ ਹੋਵੇਗਾ ਕਿ ਸੇਵਾ ਦੁਆਰਾ ਕੀਤੇ ਜਾਂਦੇ ਮਨੁੱਖੀ ਵਿਕਾਸ ਦੀ ਦਿਸ਼ਾ ਗੁਰਮਤਿ ਦੁਆਰਾ ਨਿਰਧਾਰਿਤ ਕੀਤੇ ਵਿਕਸਿਤ ਮਨੁੱਖੀ ਵਿਅਕਤੀਤਵ ਦਾ ਮਾਡਲ ਹੈ, ਜਿਸ ਨੂੰ ਗੁਰਬਾਣੀ ਵਿੱਚ ਗੁਰਮੁਖ ਕਿਹਾ ਗਿਆ ਹੈ। ਉੱਚੀ ਅਧਿਆਤਮਿਕ ਅਵਸਥਾ ਅਤੇ ਵਧੀਆ ਸਮਾਜਿਕ ਸ਼ਖਸ ਬਣਨ ਦਾ ਸੇਵਾ ਇੱਕ ਚੰਗਾ ਮਾਰਗ ਹੈ। ਸੇਵਾ ਦਾ ਸੰਕਲਪ ਗੁਰਬਾਣੀ ਵਿੱਚ ਨਿਰਾਲਾ ਹੈ। ਸੇਵਾ ਪੈਸੇ ਲਈ ਜਾਂ ਦਿਖਾਵੇ ਲਈ ਨਹੀਂ ਹੁੰਦੀ, ਸਗੋਂ ਇਸ ਦਾ ਮਨੋਰਥ ਹੀ ਪੈਸੇ ਤੋਂ ਮੁਕਤ ਅਜਿਹੇ ਸਮਾਜ ਦੀ ਨਿਰਮਾਣਕਾਰੀ ਹੁੰਦਾ ਹੈ ਜਿਸ ਵਿੱਚ ਕੰਮ ਸਿਰਫ ਰੂਹ ਦੀ ਖੁਸ਼ੀ ਲਈ ਹੋਵੇ, ਨਾ ਕਿ ਪਦਾਰਥਿਕ ਜ਼ਰੂਰਤਾਂ ਦੀ ਪੂਰਤੀ ਲਈ। ਪਰ ਇਸ ਸਮਾਜ ਦੀ ਸਿਰਜਣਾ ਕਰਨ ਤੋਂ ਪਹਿਲਾਂ ਵਿਅਕਤੀ ਲਈ ਆਪਣੇ ਵਿਅਕਤੀਤਵ ਨੂੰ ਉਸ ਪੱਧਰ ਤੱਕ ਵਿਕਸਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹ ਇਹੋ ਜਿਹਾ ਇੱਕ ਸਮਾਜ ਦੀ ਸਿਰਜਣਾ ਕਰ ਸਕੇ। ਗੁਰੂ ਸਾਹਿਬਾਨ ਨੇ ਮਨੁੱਖੀ ਜੀਵਨ ਨਾਲ ਜੁੜੇ ਅਨੇਕਾਂ ਮਹੱਤਵਪੂਰਨ ਪੱਖਾਂ ਦਾ ਇੱਕ ਖਾਸ ਮਿਆਰ ਜਿਹੜਾ ਹੈ ਨਿਸ਼ਚਿਤ ਕੀਤਾ ਹੈ। ਸੇਵਾ ਕਰਨ ਦੇ ਵੀ ਕੁਝ ਖਾਸ ਨਿਯਮ ਹਨ ਜਿਨ੍ਹਾਂ ਵਿੱਚ ਬੱਝ ਕੇ ਹੀ ਸੇਵਾ ਸਹੀ ਅਰਥਾਂ ਵਿੱਚ ਸੇਵਾ ਕਹਾਉਣ ਦੇ ਯੋਗ ਹੁੰਦੀ ਹੈ। ਸੇਵਾ ਜਾਂ ਪੂਜਾ ਪੱਥਰਾਂ ਦੀ ਨਹੀਂ ਕਰਨੀ, ਸਗੋਂ ਪੂਰੇ ਗੁਰੂ ਦੀ ਕਰਨੀ ਹੈ। ਗੁਰਮਤਿ ਅਨੁਸਾਰ ਗੁਰੂ ਦੀ ਸੇਵਾ ਤੋਂ ਬਿਨਾਂ ਹੋਰ ਸਭ ਸੇਵਾ ਵਿਅਰਥ ਹੈ। ਉਹ ਮਨੁੱਖ ਆਪਣੇ ਜੀਵਨ ਦਾ ਅਰਥ ਗਵਾ ਬੈਠਦਾ ਹੈ ਜੋ ਪਰਮਾਤਮਾ ਦੀ ਸੇਵਾ ਨਹੀਂ ਕਰਦਾ। ਸੇਵਾ ਹਮੇਸ਼ਾ ਨਿਮਾਣੇ ਹੋ ਕੇ ਕੀਤੀ ਜਾਂਦੀ ਹੈ। ਜੋ ਬੰਦੇ ਸੇਵਾ ਤਾਂ ਕਰਦੇ ਨੇ ਪਰ ਉਹਨਾਂ ਦਾ ਹਿਰਦਾ ਕਠੋਰ ਰਹਿੰਦਾ ਹੈ, ਉਹ ਆਪਣੀ ਕੀਤੀ ਕਮਾਈ ਗਵਾ ਬੈਠਦੇ ਨੇ, ਕਿਉਂਕਿ ਸੇਵਾ ਤਨ ਮਨ ਅਰਪਿਤ ਕਰਕੇ ਨਿਮਾਣੇ ਹੋ ਕੇ ਕੀਤੀ ਜਾਂਦੀ।
सेवा गुरमत अनुसार अपने तो उपरले समाजिक पौड़ी ते बैठे किसी शख्स या वर्ग की गुलामाना अधीनगी नहीं हुंदी। ये बराबरी के निज़ाम की उसारी दे वाल एक क्रांतिकारी कदम है, जिथे हर इंसान दूसरे इंसान की लोड़ पैण समय मदद करना ते उसका काम करना अपना फर्ज समझदा है। ये उसका समाजिक कर्तव्य है, ना कि मजबूरी। सेवा कभी भी जबरन नहीं हुंदी, सगों बंदा खुद अगे आके सेवा लिए अपने आप को पेश करता है। सेवा सिख धर्म दी महत्वपूर्ण संस्थावां विचों एक है, जो सिख धर्म के आशय को संपूर्ण करने में सरगर्म भूमिका अदा करती है। मनुखी व्यक्तित्व के विकास को संपूर्ण करने में धर्म एक प्रभावशाली भूमिका निभाता है। जे सधारण नज़रे वेखिए तो धर्म का मुख्य उद्देश्य ही व्यक्तित्व का विकास उस शिखर सीमा ते लैके जाना है, जिथे इंसान महान इंसान का दर्जा हासिल करता है। ये आत्मा तो परमात्मा के सफ़र का चानन मुनारा भी कहा जा सकता है। ये इंसान को खपतवाद सभ्याचार च गुलतान होके होने तो बचा के उस पैंडे पाता है, जिथे सब इच्छावां की पूर्ति ਅਤੇ आत्मिक शांति मिलती है। इस तरह सेवा भी धर्म की एक संस्था वजों मनुखी व्यक्तित्व के विकास और सुधार करने लिए कार्यशील है। व्यक्ति वालों सिख बनने किए जाते लोड़ींदे यत्नां विचों सेवा भी एक है। सिख कोई भी व्यक्ति सिख धर्म के परिवार में पैदा होकर नहीं बन सकता, ना ही किसी रस्म रिवाज ना बनता है। सिख बनने व्यक्ति को एक अजिही शख्सियत का मालिक बनना पैंदा है, जो सिख धर्म में प्रवान है और जिसकी जिंदगी का हर काम और सोच गुरमत अनुसार है। सेवा के अमल विचों ही निकल के व्यक्ति की शख्सियत उस मुकाम पर पहुँचती है, जिथे एक इंसान सिख बनता है। मनोविज्ञान के व्यक्तित्व के विकास संबंधी एक धारणा है कि हर समूह में भिन्न भिन्न प्रकार के समाजिक कारज भाग होंदे हन। व्यक्ति जिहड़ा कारज भाग स्वीकार करता है जां उसनूं मिलता है, उस अनुसार ही उसका व्यक्तित्व विकास करता है। इस धारणा के आधार पर असीं कह सकते हैं कि जो व्यक्ति सेवा करन दा कारज स्वीकार करता है, उसका व्यक्तित्व वक्री तरह विकास करता है। उस विच निर्माणता, सहज, दूजे लिए कुर्बान होने की भावना आदि गुण अपने आप उसके व्यक्तित्व का हिस्सा बन जाते हैं। गुरबाणी अनुसार गुरु के सिख के जीवन नाल 3 अवस्थावां जुड़दियां हन। गुरु की गल नूं मनना, मन के फिर तरना ते उस तो बाद होरां नूं तारना। ये तिन्ने अवस्थावां मनुखी शख्सियत के विकसन नाल संबंधित हैं। तिन्हां पड़ावां विचों गुजर के ही इंसान उचेरी शख्सियत का मालिक बनता है। इन्हां तिन्नां अवस्थावां विच ही सेवा अहम भूमिका निभाउंदी है। सेवा गुरु की सिक्ख्या अनुसार कारज करना भी है। सेवा का मनोरथ माया के रस्ते तो उपराम होके रब्बी राह पै के 5 विकारां तो मुक्ति पाउणा भी है, तो खुद मुक्त होकर दूजिਆਂ ਨੂੰ मुक्त करवाउणा भी है। हर व्यक्ति अपनी शख्सियत का विकास करने समय एक रोल मॉडल ਨੂੰ अपने सन्मुख लैके चलता है, ਜਾਂ फिर जिस वर्गा वो बनना चाहता है उसनों गुरु धारदा है तो उसका अनुसरण करता है। गुरबाणी अनुसार गुरु की सिक्ख्या उत्ते चल के गुरु की सेवा करके इंसान अपने गुरु वर्गा बन जाता है। सेवा एकदम ही किसी इंसान के व्यक्तित्व विच क्रांतिकारी परिवर्तन नहीं लियाउंदी अते ना ही एक अद्धा दिन गुरुद्वारे विच सेवा कीते उसकी रूह बदलती है, बल्कि एक लंबी प्रक्रिया है जिस लिए निरंतर यत्नां की जरूरत पैंदी है। शुरुआत विच सेवा करन समय भी मनुखी मूल प्रवृत्तियां प्रभावी असर विखाउंदियां हन, परंतु ज्यों-ज्यों इंसान सेवा विच अपने आप को समर्पित करन की कोशिश करता है, उसका मन अते अपनियां प्रवृत्तियां उत्ते काबू वधन लगता है। सेवा मन नूं साधन का एक तरीका ही है। सतगुर की सेवा करन तो बाद इंसान सहज अवस्था विच आ जाता है। उसनूं सारा दिन आनंद रहिंदा है अते दिन रात परमात्मा नाल मेल हुंदा है। उसका शरीर पवित्र हो जाता है तो उसके मन में परमात्मा वस जाता है। उसदियां सारियां अध्यात्मिक इच्छावां पूरियां हो जांदियां हन। सेवा करने वाले इंसान को किसी का डर नहीं रहिंदा ते ना ही उसके मन में दुख लई कोई थां रहिंदी है। सेवा नाल व्यक्ति अपने हंकार, ईरखा, लालच, कठोरता उत्ते काबू पाउंदा है। सेवा मनुख के समाज विच विहार नूं प्रभावित करती है। मनुख अपनी निजी संकीर्णता तो बाहर निकल के समूह को अपनाउंदा है ते उसका एक कार्यशील अंग बन जाता है।
ਉਹ ਨਿੱਜ ਵਿੱਚੋਂ ਨਿਕਲ ਕੇ ਵਿਸ਼ਾਲਤਾ ਦਾ ਧਾਰਨੀ ਬਣਦਾ ਹੈ। ਗੁਰਮਤਿ ਅਨੁਸਾਰ ਗੁਰੂ ਨੂੰ ਸੇਵਣ ਵਾਲਾ ਇੱਜ਼ਤਦਾਰ ਆਦਮੀ ਬਣਦਾ ਹੈ, ਜਿਸ ਦੀ ਸਾਰੇ ਪ੍ਰਸ਼ੰਸਾ ਕਰਦੇ ਹਨ, ਅਤੇ ਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਦੀ ਰਾਖੀ ਵੀ ਆਪ ਕਰਦਾ ਹੈ। ਗੁਰੂ ਦੇ ਸੇਵਕ ਨੂੰ ਕਦੇ ਵੀ ਆਤਮਿਕ ਮੌਤ ਨਹੀਂ ਆਉਂਦੀ, ਉਸ ਦੇ ਹੌਸਲੇ ਕਦੇ ਵੀ ਢਹਿ ਢੇਰੀ ਨਹੀਂ ਹੁੰਦੇ, ਸਗੋਂ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹਿੰਦਾ ਹੈ। ਉਸ ਦੇ ਆਸ-ਪਾਸ ਸਿਰਫ ਖੇੜਾ ਹੁੰਦਾ ਹੈ। ਮਨੁੱਖੀ ਵਿਅਕਤੀਤਵ ਦਾ ਵਿਕਾਸ ਸਹਿ ਸੁਭਾਵਿਕ ਵੀ ਹੁੰਦਾ ਹੈ ਅਤੇ ਸੁਚੇਤ ਰੂਪ ਵਿੱਚ ਵੀ। ਮਨੁੱਖੀ ਵਿਅਕਤੀਤਵ ਦੇ ਵਿਕਾਸ ਵਿੱਚ ਬੜੇ ਸਾਰੇ ਕਾਰਕ ਮਹੱਤਵਪੂਰਨ ਰੋਲ ਨਿਭਾਉਂਦੇ ਨੇ। ਇਹ ਕਾਰਕ ਕੁਦਰਤੀ ਵੀ ਹੁੰਦੇ ਨੇ ਅਤੇ ਸਮਾਜਿਕ ਵੀ। ਸਮਾਜ ਵਿੱਚ ਕੁਝ ਖਾਸ ਤਰ੍ਹਾਂ ਦੇ ਇਨਸਾਨ ਪੈਦਾ ਕਰਨ ਲਈ ਕੁਝ ਖਾਸ ਕਿਰਿਆਵਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਜਿਹੜੀਆਂ ਮਨੁੱਖੀ ਵਿਅਕਤੀਤਵ ਨੂੰ ਉਸ ਦਿਸ਼ਾ ਵੱਲ ਮੋੜਦੀਆਂ ਹਨ ਜੋ ਸਮਾਜ ਵੱਲੋਂ ਪ੍ਰਵਾਨ ਹੁੰਦੀ ਹੈ। ਸੇਵਾ ਵੀ ਅਜਿਹੀ ਕਿਰਿਆ ਅਤੇ ਅਮਲ ਹੈ ਜੋ ਸਿੱਖ ਧਰਮ ਵਿੱਚ ਗੁਰਮੁਖ ਬਣਨ ਦਾ ਇੱਕ ਮਾਰਗ ਹੈ। ਸੇਵਾ ਇੱਕ ਨਿਰੰਤਰ ਪ੍ਰਕਿਰਿਆ ਹੈ ਜੋ ਵਿਅਕਤੀ ਨੂੰ ਮਨ ਸਾਧਨ ਵਿੱਚ ਮਦਦ ਕਰਦੀ ਹੈ ਅਤੇ ਉਸ ਦੇ ਅਧਿਆਤਮਕ, ਮਾਨਸਿਕ ਅਤੇ ਸਮਾਜਿਕ ਰਵੱਈਏ ਨੂੰ ਪ੍ਰਭਾਵਿਤ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।